सो वी आर गोइंग टू स्टार्ट दैट इज़ रुपी कोस्ट एवरेजिंग। अंडर दिस प्लान ਜਿਹੜਾ ਵੀ ਸਾਡਾ ਇਨਵੈਸਟਰ ਹੈਗਾ ਉਹ ਫਿਕਸਡ ਅਮਾਊਂਟ ਨੂੰ ਇੰਟਰਵਲਸ ਦੇ ਵਿੱਚ ਪੈਸਾ ਇਨਵੈਸਟ ਕਰੇਗਾ ਸ਼ੇਅਰਸ ਦੇ ਵਿੱਚ। ਫੋਰ ਐਗਜ਼ਾਮਪਲ ਇਨਵੈਸਟਰ ਹੈ, ਉਹਨੇ ਡਿਸਾਈਡ ਕੀਤਾ ਹੈ ਕਿ ਉਹ ਹਰ ਕੁਆਟਰ ਦੇ ਵਿੱਚ 1000 ਦੇ ਸ਼ੇਅਰਸ ਖਰੀਦੇਗਾ। ਸੋ ਇਹਦੇ ਵਿੱਚ ਉਹਨੇ 1000 ਰੁਪਇਆ ਇਨਵੈਸਟ ਕਰਨਾ ਹੈ ਹਰ ਕੁਆਟਰ ਦੇ ਵਿੱਚ। देयर आर 4 क्वार्टर्स आर देयर। अमाउंट इन्वेस्टमेंट हैगी है 1000। मार्केट प्राइस पर शेयर इस तरीके नाल चल रहा है। साल के पहले 3 महीने शेयर प्राइस सीगा 50, उस तो बाद 45, 50, 52। नंबर ऑफ शेयर्स परचेज तुसी कैलकुलेट कर लोगे। अगर 1000 रुपया इन्वेस्ट करना है 50 के शेयर्स है दैन मतलब तुसी किन्ने शेयर्स खरीदे है 20। अगर 1000 रुपया इन्वेस्ट करना है 45 के शेयर्स है दैन मतलब तुसी किन्ने शेयर्स खरीदे है 22। क्यूमुलेटिव साल ਦੀ ਸਟਾਰਟਿੰਗ ਤੇ ਤੁਹਾਡੇ ਕੋਲ ਸ਼ੇਅਰਸ ਹੈਗੇ ਹੈ 20, ਦੈਨ 6 ਮਹੀਨਿਆਂ ਬਾਅਦ 42, 9 ਮੰਥਸ ਬਾਅਦ 62 ਐਂਡ ਸਾਲ ਦੇ ਐਂਡ ਤੇ 81। ਅਮਾਊਂਟ ਇਨਵੈਸਟਡ 3 into 4। ਕਿੰਨਾ ਪੈਸਾ ਤੁਸੀਂ ਲਗਾਇਆ? ਜੇ 50 ਰੁਪਏ ਦਾ ਰੇਟ ਸੀਗਾ ਪਹਿਲੇ 3 ਮਹੀਨੇ, ਤੁਸੀਂ ਕਿੰਨੇ ਸ਼ੇਅਰਸ ਖਰੀਦੇ ਸੀ ਉਦੋਂ? 20। ਉਹਨੂੰ ਤੁਸੀਂ ਕੈਲਕੂਲੇਟ ਕਰ ਲੈਣਾ ਹੈ। ਫਿਰ ਕਿਊਮੂਲੇਟਿਵ ਸਾਲ ਦੀ ਸਟਾਰਟਿੰਗ ਤੇ ਤੁਹਾਡੇ ਸ਼ੇਅਰ ਤੁਹਾਡੇ ਕੋਲ ਕਿੰਨੇ ਦੇ ਹੋ ਗਏ? 1000 ਦੇ। ਫਿਰ 90 ਦੇ ਕਿਊਮੂਲੇਟ ਇਕੱਠੇ ਕਰਦੇ ਰਹਿਣਾ 2990 3978। ਮਾਰਕੀਟ ਵੈਲਿਊ ਕੀ ਚਲਦੀ ਪਈ ਹੈ ਤੁਹਾਡੇ ਸ਼ੇਅਰਸ ਦੀ? फस्ट क्वार्टर ਦੇ ਵਿੱਚ ਕਿੰਨੀ ਹੈ? 50 ਤੋਂ 20, ਦੈਨ 45 into 42। ਅਗਰ 45 ਸ਼ੇਅਰਸ ਹੈ ਤੁਹਾਡੇ ਕੋਲ 6 ਮਹੀਨੇ ਦੇ ਕਿੰਨੇ ਸ਼ੇਅਰਸ ਹੈ? 42। ਦੈਨ ਮਾਰਕੀਟ ਪ੍ਰਾਈਸ ਕਿੰਨਾ ਚੱਲਦਾ ਪਿਆ? 1890। ਇਸੇ ਤਰੀਕੇ ਨਾਲ ਕੈਲਕੂਲੇਟ ਕਰੋਗੇ। ਦੈਨ ਤੁਸੀਂ ਕਰ ਲੋਗੇ ਅਨਰੀਅਲਾਈਜ਼ਡ ਪ੍ਰੋਫਿਟ ਔਰ ਲੋਸ। ਅਗਰ ਤੁਸੀਂ ਦੇਖੋ 1000 ਰੁਪਇਆ ਇਨਵੈਸਟ ਕੀਤਾ ਤੇ 1000 ਰੁਪਇਆ ਹੀ ਮਾਰਕੀਟ ਪ੍ਰਾਈਸ ਸੀ, ਨੋ ਪ੍ਰੋਫਿਟ ਨੋ ਲੋਸ। ਦੈਨ ਅਨਦਰ ਕੇਸ ਜਦੋਂ ਤੁਸੀਂ ਪੈਸਾ ਲਗਾਇਆ ਤੁਹਾਡਾ ਹੁਣ ਤੁਸੀਂ ਪੈਸਾ ਕਿੰਨਾ ਮਾਰਕੀਟ 'ਚ ਗਿਆ ਹੋਇਆ ਹੈ? 1990 ਦਾ। ਮਾਰਕੀਟ ਪ੍ਰਾਈਸ ਕਿੰਨਾ ਹੈ? 1890 ਦਾ। ਤੁਹਾਨੂੰ ਲੋਸ ਕਿੰਨਾ ਹੋ ਗਿਆ? 100 ਰੁਪਏ ਦਾ। ਤੁਹਾਡਾ ਪੈਸਾ ਮਾਰਕੀਟ 'ਚ ਕਿੰਨਾ ਲੱਗਿਆ ਹੋਇਆ ਹੈ? 2990 ਦਾ। ਮਾਰਕੀਟ ਸ਼ੇਅਰ ਕਿੰਨਾ ਹੈਗਾ? 3100 ਦਾ। ਤੁਹਾਨੂੰ ਪ੍ਰੋਫਿਟ ਕਿੰਨੇ ਦਾ ਹੋ ਗਿਆ? 110 ਦਾ। ਮਾਰਕੀਟ 'ਚ ਪੈਸਾ ਕਿੰਨਾ ਲੱਗਿਆ ਹੋਇਆ? 3978, ਬਟ ਮਾਰਕੀਟ ਪ੍ਰਾਈਸ ਹੁੰਦਾ ਕੀ ਚੱਲਦਾ ਪਿਆ? 4212। ਦੈਨ ਤੁਹਾਨੂੰ ਕਿੰਨਾ ਫਾਇਦਾ ਹੋ ਗਿਆ? 234। ਐਵਰੇਜ ਕੋਸਟ ਤੁਹਾਨੂੰ ਕਿੰਨੀ ਪਈ? ਇਹ ਤੁਹਾਨੂੰ ਹੋ ਗਏ ਪ੍ਰੋਫਿਟਸ। ਹੁਣ ਤੁਹਾਨੂੰ ਕੋਸਟ ਕਿੰਨੀ ਪਈ ਸ਼ੇਅਰਸ ਨੂੰ ਖਰੀਦਦੇ ਹੋਏ? ਸੋ 7 divided by 5। 7 ਤੇ ਆਪਾਂ ਕੀ ਕੀਤਾ ਹੈ? ਸਾਲ ਦੀ ਕਿੰਨੀ ਸਾਡੇ ਕੋਲ ਇਨਵੈਸਟਮੈਂਟ ਪਈ ਹੈ ਡਿਵਾਈਡਡ ਬਾਈ 5 ਕਿੰਨੇ ਸ਼ੇਅਰਸ ਹੈ? ਅਗਰ ਮੇਰੇ ਕੋਲ ਸਾਲ ਦੇ ਪਹਿਲੇ 3 ਮਹੀਨੇ 1000 ਸ਼ੇਅਰਸ ਹੈ ਤੇ ਸੌਰੀ 1000 ਰੁਪਇਆ ਮੈਂ ਇਨਵੈਸਟਮੈਂਟ ਲਗਾਇਆ ਹੈ ਤੇ ਮੇਰੇ ਕੋਲ 20 ਸ਼ੇਅਰਸ ਹੈ, ਮੈਨੂੰ ਕੋਸਟ ਕਿੰਨੀ ਪਈ? 50। ਸਾਲ ਦੇ 6 ਮਹੀਨਿਆਂ ਬਾਅਦ ਮੇਰੇ ਕੋਲ ਸ਼ੇਅਰਸ ਹੈਗੇ ਹੈ 1990 ਦੇ। ਦੈਨ ਮੇਰੇ ਕੋਲ ਕਿੰਨੇ ਆਪਣਾ ਕਿੰਨੇ ਸ਼ੇਅਰ ਸੀਗੇ? 42। ਮਤਲਬ ਮੈਨੂੰ ਕਿੰਨੀ ਐਵਰੇਜ ਪੈ ਗਈ? 47.38। ਇਸੇ ਤਰ੍ਹਾਂ ਹੀ ਸਾਰੀ ਕੈਲਕੂਲੇਟ ਕਰ ਲੋਗੇ। ਐਵਰੇਜ ਮਾਰਕੀਟ ਪ੍ਰਾਈਸ ਪਰ ਸ਼ੇਅਰ ਨੂੰ ਤੁਸੀਂ ਕੈਲਕੂਲੇਟ ਕਰ ਲੋਗੇ ਤੇ ਇਹਦੇ 'ਚ ਆਪਾਂ ਇਹ ਦੇਖ ਸਕਦੇ ਹਾਂ ਕਿ ਜਿਹੜਾ ਮਾਰਕੀਟ ਪ੍ਰਾਈਸ ਹੈਗਾ ਦੇਖੋ ਉਹ ਜ਼ਿਆਦਾ ਹੈ ਐਜ਼ ਕੰਪੇਅਰ ਟੂ ਕੋਸਟ। ਤੁਹਾਨੂੰ ਕੀ ਹੋ ਰਿਹਾ ਹੈ? ਪ੍ਰੋਫਿਟ ਹੋ ਰਿਹਾ ਹੈ। ਸੋ ਦਿਸ ਇਜ਼ ਅ ਰੁਪੀ ਕੋਸਟ ਐਵਰੇਜਿੰਗ। ਬੇਸਿਕਲੀ ਇਸ ਮੈਥਡ ਦੇ ਵਿੱਚ ਕੀ ਹੈ ਕਿ ਇੱਕ ਇਨਵੈਸਟਰ ਨੇ ਡਿਸਾਈਡ ਕੀਤਾ ਹੈ ਕਿ ਉਹ ਸਾਲ ਦੇ 4 ਹਿੱਸਿਆਂ ਦੇ ਵਿੱਚ ਇੱਕੋ ਹੀ ਅਮਾਊਂਟ ਇਨਵੈਸਟਮੈਂਟ ਕਰੀ ਜਾਊਗਾ। ਡਜ਼ਨਟ ਮੈਟਰ ਐਟ ਆਲ ਕਿ ਸ਼ੇਅਰ ਪ੍ਰਾਈਸ ਮਾਰਕੀਟ ਦੇ ਵਿੱਚ ਸ਼ੇਅਰ ਅਪ ਜਾ ਰਿਹਾ ਜਾਂ ਡਾਊਨ ਜਾ ਰਹੀ ਹੈ, ਉਹ 1000 ਕਰਕੇ ਇਨਵੈਸਟਮੈਂਟ ਕਰੀ ਜਾ ਰਿਹਾ ਹੈ। ਇਹਨੇ ਜਿਵੇਂ ਦੇਖੋ ਆਪਾਂ ਦੇਖ ਸਕਦੇ ਹਾਂ ਪਹਿਲਾਂ 50 ਸੀ, 45 ਸੀ, ਫਿਰ 50 ਹੋ ਗਿਆ, ਫਿਰ 52 ਹੋ ਗਿਆ। ਠੀਕ ਹੈ, ਇਹਦੇ ਨਾਲ ਕੀ ਹੋਇਆ? ਇਹਨੂੰ ਫਾਇਦਾ ਹੀ ਹੋਇਆ ਹੈ। ਅਗਰ ਉਹਨੇ ਪੈਸਾ ਇੱਕ ਹਿਸਾਬ ਦਾ ਅਗਰ ਮਾਰਕੀਟ 'ਚ ਉਹਦਾ ਪੈਸਾ ਲੱਗਿਆ 3978 ਬਟ ਉਹਨੂੰ ਇੰਨਾ ਹੋਇਆ ਉਹ ਅਮਾਊਂਟ 4212, ਉਹਨੂੰ ਫਾਇਦਾ ਹੀ ਹੋ ਰਿਹਾ ਹੈ। ਸੋ ਦਿਸ ਇਜ਼ ਬੇਸਿਕਲੀ ਅ ਰੁਪੀ ਕੋਸਟ ਐਵਰੇਜਿੰਗ ਮੈਥਡ। ਸੋ ਇਹਦਾ ਐਡਵਾਂਟੇਜ ਇਹ ਹੈ कि this method is applicable to both falling and rising price, more suitable when prices are declining। ਕਹਿੰਦੇ ਇਹ ਮੈਥਡ ਉਦੋਂ ਸੁਟੇਬਲ ਹੈ ਜਦੋਂ ਮਾਰਕੀਟ ਦੇ ਵਿੱਚ ਸ਼ੇਅਰ ਪ੍ਰਾਈਸ ਅਪ ਡਾਊਨ ਜਾਂਦੀ ਹੈ ਤੇ ਬਟ ਇਹ ਸਭ ਤੋਂ ਬੈਸਟ ਉਦੋਂ ਹੀ ਹੈ ਜਦੋਂ ਸ਼ੇਅਰ ਪ੍ਰਾਈਸ ਕੀ ਹੋਏਗੀ? ਡਿਕਲਾਈਨ ਹੋਏਗੀ। ਦੈਨ ਇਟ ਹੈਲਪਸ ਇਨ ਰਿਡਿਊਸਿੰਗ ਦਾ ਐਵਰੇਜ ਕੋਸਟ ਪਰ ਸ਼ੇਅਰ। ਹੁਣ ਆਪਾਂ ਪਿੱਛੇ ਦੇਖਿਆ ਨਾ, ਤੇ ਇੰਕਰੀਜ਼ਿੰਗ ਦਾ ਚਾਂਸ ਆਫ ਗੇਨ। ਇਟ ਰਿਲੀਵਸ ਦ ਇਨਵੈਸਟਰਸ ਫਰੋਮ ਬੋਦਰਿੰਗ। ਹੁਣ ਦੇਖੋ ਇਨਵੈਸਟਰਸ ਨੂੰ ਕੁਛ ਨਹੀਂ ਲੈਣਾ ਦੇਣਾ ਕਿ ਕਦੋਂ ਖਰੀਦਣਾ ਕਦੋਂ ਵੇਚਣਾ। ਉਹਨੂੰ ਪਤਾ ਹੈ ਕਿ ਉਹਨੇ ਹਰ 3 ਮਹੀਨਿਆਂ ਬਾਅਦ 1000 ਰੁਪਇਆ ਆਪਣਾ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕਰਨੀ ਹੈ। ਇਹਦੇ ਡਰਾਬੈਕਸ ਕੀ ਹੈ? ਕਹਿੰਦੇ ਇਟ ਡਜ਼ ਨੋਟ ਗਾਈਡ ਦ ਇਨਵੈਸਟਰ ਐਜ਼ ਟੂ ਵੈਨ ਟੂ ਸੈਲ ਦ ਸਿਕਿਉਰਿਟੀਜ਼। ਕਹਿੰਦੇ ਬਸ ਆਪਾਂ ਬਾਈ ਕਰ ਰਹੇ ਹਾਂ ਬਟ ਇਹਦੇ 'ਚ ਇਹ ਤਾਂ ਪਤਾ ਲੱਗਦਾ ਹੀ ਨਹੀਂ ਪਿਆ ਕਿ ਮਾਰਕੀਟ ਦੇ ਸ਼ੇਅਰਸ ਵੇਚਣੇ ਕਦੋਂ ਹੈ। ਸੋ ਸਭ ਤੋਂ ਵੱਡਾ ਇਹਦਾ ਡਰਾਬੈਕ ਹੈ। परचेजिंग ऑफ शेयर्स एवरी क्वार्टर्स इन्वॉल्व्स इंक्रीजिंग ऑफ ट्रांजैक्शन कॉस्ट। डेफिनेटली अगर तुसी हर 3 महीने बाद शेयर्स खरीद रहे हो तो ट्रांजैक्शन कॉस्ट भी पेगी। देयर मे बी अ चांस कि तुहानू उन्नी ट्रांजैक्शन कॉस्ट पै रही है उन्ना तुहानू मुनाफा नहीं हो रहा। दैन अगर तुहाडे प्राइस डिक्लाइन नहीं होणगे दैन डेफिनेटली मैथड सुटेबल नहीं है, तुसी प्रॉफिट अर्न नहीं कर सकते। बेसिकली कहते अगर शेयर मार्केट दे विच प्राइसिस इस तरीके दे चलते ना अप फिर डाउन फिर अप, फिर फायदा है इस मैथड में यूज़ करने का, अदरवाइज इसका फायदा नहीं हैगा। दैन देयर इज़ कॉन्सटेंट रुपी प्लान। अंडर दिस प्लान जी आप पोर्टफोलियो है ना उन्होंने 2 हिस्सों डिवाइड करना है, इक्विटी एंड डिबेंचर्स। जोड़ा इन्वेस्टर है
ਉਹ ਸ਼ਿਫਟ ਕਰੇਗਾ ਅਕੋਰਡਿੰਗ ਟੂ ਦਾ ਚੇਂਜ ਇਨ ਦਾ ਪ੍ਰਾਈਸ ਫਲਕਚੁਏਸ਼ਨ। ਫॉर एग्जांपल ਇੱਕ ਬੰਦੇ ਨੇ ਪੈਸਾ ਇਨਵੈਸਟ ਕਰਨਾ, ਉਹਨੇ ਇੱਕ ਫਿਕਸਡ ਪਰਸੈਂਟੇਜ ਕ੍ਰੀਏਟ ਕਰ ਲਈ ਕਿ ਅਗਰ ਸ਼ੇਅਰ ਮਾਰਕੀਟ 10 ਤੋਂ ਲੈ ਕੇ 20% ਦੇ ਵਿੱਚ ਹੀ ਚੇਂਜ ਹੋਏਗੀ ਦੈਨ ਉਹ ਡਿਸਾਈਡ ਕਰੇਗਾ ਕਿ ਸ਼ੇਅਰ ਖਰੀਦਣੀ ਹੈ ਕਿ ਵੇਚਣੀ ਹੈ। ਹੁਣ ਮੈਂ ਐਗਜ਼ਾਮਪਲ ਦੇ ਬੇਸ ਤੇ ਸਮਝਾਉਂਦੀ ਹਾਂ। ਲੈਟ ਅਸ ਅਸਿਊਮ ਇੱਕ ਬੰਦੇ ਕੋਲ 40,000 ਰੁਪਏ ਹੈਗਾ ਇਨਵੈਸਟਮੈਂਟ ਕਰਨ ਦੇ ਲਈ। ਸਟਾਰਟਿੰਗ ਤੇ ਉਹਨੇ 20,000 ਰੁਪਏ ਡਿਬੈਂਚਰਸ ਦੇ ਵਿੱਚ ਲਗਾ ਦਿੱਤਾ, 20,000 ਉਹਨੇ ਸ਼ੇਅਰਸ 'ਚ ਲਗਾ ਦਿੱਤਾ। ਹੀ ਫਿਕਸਿਸ ਉਹਨੇ ਇਹ ਡਿਸਾਈਡ ਕੀਤਾ ਕਿ ਉਹ 20,000 ਦਾ ਜਿਹੜਾ ਹੈਗਾ ਪਾਰਟ ਇਕੁਇਟੀ ਸ਼ੇਅਰਸ ਦੇ ਵਿੱਚ ਉਹਨੂੰ ਮੇਨਟੇਨ ਰੱਖੇਗਾ ਇਰਰਿਸਪੈਕਟਿਵ ਆਫ ਦਾ ਪ੍ਰਾਈਸ ਲੈਵਲ। ਉਹਦੇ ਲਈ ਉਹਨੇ ਇੱਕ ਇਨਵੈਸਟਰ ਨੇ ਕੀ ਕੀਤਾ ਹੈ, ਉਹਨੇ ਡਿਸਾਈਡ ਕੀਤਾ ਹੈ ਕਿ ਅਗਰ ਸ਼ੇਅਰ ਪ੍ਰਾਈਸ ਇੰਕਰੀਜ਼ ਜਾਂ ਡਿਕਰੀਜ਼ ਹੋਏਗਾ ਸਿਰਫ 20% ਜਾਂ ਉਸ ਤੋਂ ਜ਼ਿਆਦਾ, ਦੈਨ ਉਦੋਂ ਹੀ ਉਹ ਡਿਸਾਈਡ ਕਰੇਗਾ ਕਿ ਸ਼ੇਅਰ ਵੇਚਣੀ ਹੈ ਕਿ ਖਰੀਦਣੀ ਹੈ। ਬਟ ਉਹਦਾ ਮੇਨ ਮੁੱਦਾ ਕੀ ਹੈਗਾ ਕਿ 20,000 ਮੇਰਾ ਇਕੁਇਟੀ ਸ਼ੇਅਰਸ ਦੇ ਵਿੱਚ ਲੱਗਿਆ ਰਵੇ। ਹੁਣ ਐਗਜ਼ਾਮਪਲ ਦੇਖੋ, ਫॉर एग्जांपल देयर आर क्वार्टर्स आर देयर, equity shares market price, number of shares, value of stock, value of debentures and total। ਫਸਟ ਕੁਆਟਰ ਦੇ ਵਿੱਚ ਜਿਹੜਾ ਤੁਹਾਡਾ ਮਾਰਕੀਟ ਪ੍ਰਾਈਸ ਦਾ ਸੀਗਾ ਸ਼ੇਅਰ ਪ੍ਰਾਈਸ 100 ਰੁਪਿਆ ਚੱਲਦਾ ਪਿਆ ਸੀ। ਮਤਲਬ ਤੁਸੀਂ 20,000 ਰੁਪਿਆ ਲਗਾਉਣਾ ਹੈ, ਤੁਸੀਂ ਕਿੰਨੇ ਸ਼ੇਅਰਸ ਖਰੀਦੇ 200। 20,000 ਰੁਪਿਆ ਤੁਹਾਡਾ ਕਿੱਦੇ 'ਚ ਲੱਗ ਗਿਆ, ਵੈਲਿਊ ਆਫ ਸਟਾਕ ਆਫ ਪੋਰਟਫੋਲੀਓ ਇਜ਼ 20,000, ਡਿਬੈਂਚਰਸ 20,000, ਟੋਟਲ ਕਿੰਨੀ ਅਮਾਊਂਟ ਹੋ ਗਈ 40,000। ਉਸ ਤੋਂ ਬਾਅਦ ਰੇਟ ਹੋ ਗਿਆ 90, ਕਿੰਨੇ ਪਰਸੈਂਟ ਨਾਲ ਘਟਿਆ 10% ਨਾਲ ਘਟਿਆ। ਆਪਾਂ ਉੱਪਰ ਰੂਲ ਕੀ ਰੱਖਿਆ, ਜੇ 20% ਨਾਲ ਚੇਂਜ ਹੋਊਗਾ ਤਾਂ ਹੀ ਆਪਾਂ ਸੇਲ ਪਰਚੇਜ਼ ਕਰਾਂਗੇ, ਨਹੀਂ ਤਾਂ ਨਹੀਂ ਕਰਨੀ। 10% ਦਾ ਕੋਈ ਚੇਂਜ ਨਹੀਂ ਆਣਾ। 200 ਦੇ 200 ਸ਼ੇਅਰਸ ਰਹਿਣਗੇ ਸਾਡੇ ਕੋਲ। ਇਹਦੀ ਵੈਲਿਊ ਹੋ ਗਈ 18,000, ਇੱਧਰ ਵੈਲਿਊ ਹੋ ਗਈ 2,000, ਟੋਟਲ ਵੈਲਿਊ ਸਾਡੇ ਪੋਰਟਫੋਲੀਓ ਦੀ ਕਿੰਨੀ ਹੋ ਗਈ 38,000, ਸੋਰੀ ਹੇਅਰ ਇਜ਼ 20,000। ਦੈਨ ਉਸ ਤੋਂ ਬਾਅਦ ਕੀ ਹੋਇਆ, 20% ਦੇ ਨਾਲ ਜਿਹੜਾ ਹੈਗਾ ਰੇਟ ਉਹ ਸਾਡਾ ਗਿਰ ਗਿਆ 100 ਤੋਂ 80, ਠੀਕ ਹੈ। 20% ਸਟਾਰਟਿੰਗ ਜਿੱਥੋਂ ਦੀ ਕਰਨੀ ਹੈ ਨਾ ਉੱਥੋਂ ਦੀ ਦੇਖਣਾ ਕਿੰਨੇ ਪਰਸੈਂਟ ਨਾਲ ਰੇਟ ਗਿਰਦਾ ਪਿਆ। ਸੋ ਇੱਥੇ ਕਿੰਨੇ ਤੋਂ 100 ਤੋਂ 80 ਹੋ ਗਿਆ। ਸੋ ਇਸ ਕੇਸ ਦੇ ਵਿੱਚ ਆਪਾਂ ਕੀ ਕਰਾਂਗੇ, ਆਪਣਾ ਹੁਣ ਦੇਖੋ ਹੁਣ 18,000 ਰੁਪਇਆ ਲੱਗਿਆ ਹੋਇਆ ਹੈ, ਠੀਕ ਹੈ ਜੀ। ਤੇ ਹੁਣ ਮਤਲਬ ਅਗਰ 80 ਰੁਪਏ ਰਹਿ ਗਿਆ, 80 ਨੂੰ ਅਗਰ ਮੈਂ ਮਲਟੀਪਲਾਈ ਕਰਦੀ ਹਾਂ 200 ਦੇ ਨਾਲ ਤੇ ਮੇਰੀ ਅਮਾਊਂਟ ਬਣਦੀ ਹੈ 16,000 ਰੁਪਇਆ, ਠੀਕ ਹੈ। ਹੁਣ ਮੈਨੂੰ ਕਿੰਨੇ ਸ਼ੇਅਰਸ ਹੋਰ ਖਰੀਦਾਂ ਮੈਂ ਕਿ ਮੇਰਾ 20,000 ਦੀ ਫਿਰ ਤੋਂ ਰੇਸ਼ੋ ਕ੍ਰੀਏਟ ਹੋ ਜੇ। ਮੈਂ ਕਿਹਾ ਮੈਂ 4,000 ਦੇ ਹੋਰ ਸ਼ੇਅਰਸ ਖਰੀਦ ਲੈਂਦੀ ਹਾਂ। ਜੇ ਮੈਂ 4,000 ਦੇ ਹੋਰ ਸ਼ੇਅਰਸ ਖਰੀਦਣੇ ਆ ਮਤਲਬ ਮੈਨੂੰ 50 ਸ਼ੇਅਰਸ ਹੋਰ ਖਰੀਦਣੇ ਪਏ। ਸੋ ਇਸ ਕੇਸ ਦੇ ਵਿੱਚ 4,000 ਰੁਪਏ ਇੱਥੋਂ ਦੀ ਕੱਢ ਕੇ ਮੈਂ ਇਹਦੇ 'ਚ ਲਗਾ ਦਿੱਤਾ। ਇੱਥੇ ਮੇਰੀ ਰੇਸ਼ੋ ਹੋ ਗਈ 20,000 ਦੀ, ਇੱਥੇ ਹੋ ਗਈ 16,000 ਦੀ ਤੇ ਇੱਥੇ ਹੋ ਗਈ 36,000 ਦੀ। ਉਸ ਤੋਂ ਬਾਅਦ ਰੇਟ ਕੀ ਹੋ ਗਿਆ 90 ਰੁਪਏ, 10% ਦੇ ਨਾਲ ਵੱਧ ਗਿਆ। ਕੋਈ ਚੇਂਜ ਨਹੀਂ ਕਰਨਾ, 250 ਦੇ ਇੱਥੇ ਹੀ ਰਹਿਣਗੇ। ਵੈਲਿਊ ਆਪਾਂ ਇਸ ਤਰੀਕੇ ਨਾਲ। ਫਿਰ ਉਸ ਤੋਂ ਬਾਅਦ ਰੇਟ ਹੋ ਗਿਆ 100। ਹੁਣ 80 ਤੋਂ 100, 20% ਵੱਧ ਗਿਆ। ਫਿਰ ਕੀ ਕੀਤਾ, ਸੇਮ ਰੇਸ਼ੋ ਤੇ ਲੈ ਗਈ। ਜਿਹੜਾ ਵੇਚਿਆ ਇੱਥੇ 50 ਸ਼ੇਅਰਸ ਜਿਹੜੇ ਮੈਂ ਵੇਚੇ ਹੈ ਉਹ ਕਿੱਧਰ ਐਡ ਹੋ ਗਏ, ਇੱਧਰ। ਤੇ ਹੁਣ ਮੇਰੇ ਪੋਰਟਫੋਲੀਓ ਦੀ ਵੈਲਿਊ ਕਿੰਨੀ ਹੋ ਗਈ 41,000। ਬੇਸਿਕਲੀ ਜਦੋਂ ਸਟਾਰਟ ਕੀਤੀ ਸੀ ਇਨਵੈਸਟਮੈਂਟ ਕਿੰਨੀ ਸੀ 40 ਦੀ, ਤੇ ਹੁਣ ਕਿੰਨੀ ਹੋ ਗਈ 41 ਦੀ। ਸੋ ਦਿਸ ਇਜ਼ ਦਾ ਬੈਸਟ ਮੈਥਡ ਟੂ ਯੂਜ਼। then there is constant ratio plans are there। basically ਇਹਦੇ 'ਚ ਕੁਛ ਵੀ ਨਹੀਂ ਹੈਗਾ, ਇਹਦੇ 'ਚ ਆਪਾਂ constant ratio ਰੱਖਣੀ ਹੈ। ਫॉर एग्जांपल ਤੁਸੀਂ ਮਾਰਕੀਟ 'ਚ ਪੈਸਾ ਲਗਾਉਣਾ, ਤੁਹਾਡੇ ਕੋਲ 50,000 ਰੁਪਏ, ਤੁਸੀਂ 60% ਇਕੁਇਟੀ ਸ਼ੇਅਰਸ ਦੇ ਡੈਟ ਦੇ ਵਿੱਚ ਲਗਾਤਾ, ਸੋਰੀ ਇਕੁਇਟੀ ਦੇ ਵਿੱਚ ਲਗਾਤਾ ਤੇ 40% ਤੁਸੀਂ ਡੈਟ ਦੇ ਵਿੱਚ ਲਗਾਤਾ। 6 ਮਹੀਨਿਆਂ ਬਾਅਦ ਕੀ ਹੋਇਆ, ਇਹਦੀ ਵੈਲਿਊ ਹੋ ਗਈ 40,000, ਇਹਦੀ ਵੈਲਿਊ ਵੀ ਹੋ ਗਈ 40,000। ਰੇਸ਼ੋ ਕੀ ਹੋ ਗਈ 50-50। ਬਟ ਆਪਾਂ ਤਾਂ ਡਿਸਾਈਡ ਕੀਤਾ ਸੀ ਰੇਸ਼ੋ ਕਿਹੜੀ ਰੱਖਣੀ ਹੈ, ਆਪਾਂ 60-40। ਇਸ ਕਰਕੇ ਆਪਾਂ ਕੀ ਕੀਤਾ, ਰੇਸ਼ੋ ਨੂੰ ਮੇਨਟੇਨ ਕਰਨ ਦੇ ਲਈ ਇਧਰ 40,000 ਹੋ ਗਿਆ। ਮਤਲਬ 80,000 ਦਾ 60% ਕਿੰਨਾ ਹੋ ਗਿਆ 48,000। 8,000 ਦੇ ਸ਼ੇਅਰਸ ਆਹ ਕੀ ਕਰ ਲਏ, ਵੇਚ ਲਏ। ਤੇ ਸੋਰੀ 8,000 ਦੇ ਸ਼ੇਅਰਸ ਖਰੀਦ ਲਏ, ਇਹਦਾ 8,000 ਦੇ ਸ਼ੇਅਰਸ ਵੇਚਦੇ। ਤੇ ਇਹਦੇ ਨਾਲ ਕੀ ਹੋਏਗਾ, ਇੱਥੇ ਆਪਣਾ ਹੋ ਜਾਏਗਾ 48,000 ਤੇ ਇੱਥੇ ਆਪਣਾ ਹੋ ਜਾਏਗਾ 32,000 ਤੇ ਆਪਣੀ ਪੋਰਟਫੋਲੀਓ ਦੀ ਰੇਸ਼ੋ ਕੀ ਬਣ ਜਾਏਗੀ, ਦੈਟ ਇਜ਼ 48,000 ਪਲੱਸ 32। ਦੈਨ ਇਹਦੇ ਵਿੱਚ ਆਪਣੀ ਰੇਸ਼ੋ ਕੀ ਬਣ ਗਈ, ਦੈਟ ਇਜ਼ 80,000 ਦੀ ਬਣ ਗਈ। ਜਸਟ ਆਪਾਂ ਰੇਸ਼ੋ ਨੂੰ ਮੇਨਟੇਨ ਕਰਨਾ, ਦੈਟ ਇਜ਼ 60-40 ਕੌਨਸਟੈਂਟ ਰੇਸ਼ੋ ਪਲਾਨ। ਜੋ ਰੇਸ਼ੋ ਆਪਾਂ ਪਹਿਲਾਂ ਡਿਸਾਈਡ ਕੀਤੀ ਹੈ, ਅਗਰ ਰੇਸ਼ੋ ਸਾਡੀ ਚੇਂਜ ਹੁੰਦੀ ਹੈ ਪੋਰਟਫੋਲੀਓ ਦੀ, ਅਸੀਂ ਆਟੋਮੈਟਿਕਲੀ ਉਹਨੂੰ ਚੇਂਜ ਕਰਾਂਗੇ ਆਪਣੀ ਸੇਮ ਰੇਸ਼ੋ ਨੂੰ ਮੇਨਟੇਨ ਕਰਨ ਦੇ ਲਈ। ਲਾਸਟ ਇਜ਼ ਵੇਰੀਏਬਲ ਰੇਸ਼ੋ ਪਲਾਨ। ਇਹ ਉਹ ਵਾਲਾ ਪਲਾਨ ਹੈ ਜਿਹੜਾ ਕਿ ਐਗਰੈਸਿਵ ਤੇ ਡਿਫੈਂਸਿਵ ਪੋਰਟਫੋਲੀਓਜ਼ ਦੇ ਦੁਆਰਾ ਯੂਜ਼ ਕੀਤਾ ਜਾਂਦਾ ਹੈ। ਇਹਦੇ ਵਿੱਚ ਜਿਹੜਾ ਇਨਵੈਸਟਰ ਹੈ ਉਹ ਮਾਰਕੀਟ ਕੰਡੀਸ਼ਨਸ ਨੂੰ ਦੇਖਦਾ ਹੋਇਆ ਤੇ ਆਪਣੀ ਡਿਜ਼ਾਇਰਸ ਨੂੰ ਦੇਖਦਾ ਹੋਇਆ ਆਪਣੀ ਚੇਂਜ ਕਰੇਗਾ ਪੋਰਟਫੋਲੀਓ ਨੂੰ। ਐਂਡ ਇਨਵੈਸਟਰ ਮੇ ਸੈਲ ਦਾ ਐਗਰੈਸਿਵ ਸਟਾਕ। ਅਗਰ ਉਹਨੂੰ ਲੱਗਦਾ ਕਿ ਪ੍ਰਾਈਸਿਸ ਹਾਈ ਜਾ ਰਹੇ ਹੈ ਤਾਂ ਐਗਰੈਸਿਵ ਸਟਾਕਸ ਨੂੰ ਕੀ ਕਰ ਦੇਗਾ, ਵੇਚ ਦੇਗਾ। ਉਹਨੂੰ ਪਤਾ ਕਿ ਆਉਣ ਵਾਲੇ ਟਾਈਮ ਵਿੱਚ ਮਾਰਕੀਟ ਗਿਰੇਗੀ। ਐਂਡ ਸਾਈਮਲਟੇਨੀਅਸਲੀ ਡਿਫੈਂਸਿਵ ਸਿਕਿਉਰਿਟੀਜ਼ ਦੀ ਰੇਸ਼ੋ ਚੇਂਜ ਕਰੇਗਾ।
ਜਿਹੜਾ ਇਹ ਵਾਲਾ ਪਲਾਨ ਹੈ ਇਹ ਵੋਲੇਟਾਈਲ ਮਾਰਕੀਟ ਕੰਡੀਸ਼ਨਸ ਦੇ ਵਿੱਚ ਹੀ ਫੋਲੋ ਕੀਤਾ ਜਾਂਦਾ ਹੈ ਇਨ ਆਰਡਰ ਟੂ ਰੀਬੈਲੈਂਸ ਦਾ ਪੋਰਟਫੋਲੀਓ ਐਂਡ ਟੇਕ ਮੈਕਸਿਮਮ ਐਡਵਾਂਟੇਜ ਆਫ ਮਾਰਕੀਟ ਕੰਡੀਸ਼ਨ। ਜਿਹੜਾ ਇਹ ਵਾਲਾ ਪਲਾਨ ਹੈ it does not help in the process of selection of securities। ਆਪਾਂ ਇਹ ਕਹਿ ਸਕਦੇ ਹਾਂ ਕਿ ਜਿੰਨੇ ਵੀ ਪਲਾਨਸ ਆਪਾਂ ਅੱਗੇ ਪੜ੍ਹੇ ਹੈ ਆਪਾਂ ਨੂੰ ਕੁਝ ਨਹੀਂ ਉਹਨਾਂ ਨੇ ਦੱਸਿਆ ਕਿਹੜੀ ਮਾਰਕੀਟ, ਕਿਹੜੇ ਸ਼ੇਅਰਸ, ਕਿਹੜੀ ਕੰਪਨੀ, ਕਿੰਨੇ 'ਚ ਪੈਸਾ ਲਗਾਉਣਾ ਹੈ। ਕਲੀਅਰ। ਬੇਸਿਕਲੀ ਬਸ ਇਹਦੇ 'ਚ ਇਹ ਪਤਾ ਲੱਗ ਰਿਹਾ ਕਿ ਕਿਸ ਟਾਈਮ ਤੇ ਸ਼ੇਅਰਸ ਵੇਚੋ ਜਾਂ ਖਰੀਦੋ। ਸੋ ਦੀਜ਼ ਆਰ ਬੇਸਿਕਲੀ 4 ਫਾਰਮੂਲਾ ਪਲਾਨਸ ਜਿਹੜੇ ਕਿ ਯੂਜ਼ ਕੀਤੇ ਜਾਂਦੇ ਹੈ ਪੋਰਟਫੋਲੀਓ ਮੈਨੇਜਰਸ ਦੇ ਦੁਆਰਾ ਇਨ ਆਰਡਰ ਟੂ ਰਿਵਾਈਜ਼ देयर portfolio and in order to achieve the objective of their investors।